ਵਾਹਿਗੁਰੂ ਜੀ। ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਹੀ ਤੁਹਾਡੇ ਤੱਕ ਵੀਡੀਓ ਸਭ ਤੋਂ ਪਹਿਲਾਂ ਪਹੁੰਚੇਗੀ ਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲੋ। ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ। ਕੇਤੇ ਪਵਨ ਪਾਣੀ ਬੈ ਸੰਤਰ, ਕੇਤੇ ਕਾਨ ਮਹੇਸ਼। ਕੇਤੇ ਬਰਮੇ ਘਾੜਤ ਘੜੀਐ, ਅਰੂਪ ਰੰਗ ਕੇ ਵੇਸ। ਕੇਤੀਆਂ ਕਰਮ ਭੂਮੀ ਮੇਰ ਕੇਤੇ, ਕੇਤੇ ਧੂ ਉਪਦੇਸ਼। ਕੇਤੇ ਇੰਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ। ਕੇਤੇ ਸਿੱਧ ਬੁੱਧ ਨਾਥ ਕੇਤੇ, ਕੇਤੇ ਦੇਵੀ ਵੇਸ। ਕੇਤੇ ਦੇਵ ਦਾਨਵ ਮੁਨ ਕੇਤੇ, ਕੇਤੇ ਰਤਨ ਸਮੁੰਦ। ਕੇਤੀਆਂ ਖਾਣੀ ਕੇਤੀਆਂ ਬਾਣੀ, ਕੇਤੇ ਪਾਤ ਨਰਿੰਦ। ਕੇਤੀਆਂ ਸੁਰਤੇ ਸੇਵਕ ਕੇਤੇ, ਨਾਨਕ ਅੰਤ ਨਾ ਅੰਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ, ਕੱਲ ਦੇ ਦੀਵਾਨ ਚ 34 ਨੰਬਰ ਪੌੜੀ ਦਾ ਪਾਠ ਅਤੇ ਵਿਚਾਰ ਮੁਕੰਮਲ ਹੋਈ ਸੀ ਤੇ ਨਾਲ ਹੀ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਕਿਰਪਾ ਕਰਕੇ ਰਹਿਮਤ ਕਰਕੇ ਜੋ ਅਧਿਆਤਮਿਕ ਜੀਵਨ ਦੀਆਂ 5 ਅਵਸਥਾਵਾਂ ਹਨ ਉਹਦੀ ਸ਼ੁਰੂਆਤ ਵੀ ਕੀਤੀ ਸੀ। ਤੇ ਕੱਲ ਦੇ ਦੀਵਾਨ ਚ ਸਤਿਗੁਰਾਂ ਨੇ ਇੱਕ ਗੱਲ ਸਮਝਾਈ ਕਿ ਹੇ ਭਾਈ, ਜਦੋਂ ਕਿਸੇ ਮਨੁੱਖ ਦੇ ਭਾਗ ਜਾਗਦੇ ਨੇ ਤੇ ਉਹ ਸੰਸਾਰ ਦੇ ਰਸਾਂ ਕੱਸਾਂ ਵਿੱਚੋਂ ਜਦੋਂ ਨਿਕਲਦਾ ਹੈ ਤੇ ਸਭ ਤੋਂ ਪਹਿਲਾਂ ਉਹ ਧਰਮਖੰਡ ਵਿੱਚ ਪ੍ਰਵੇਸ਼ ਕਰਦਾ ਹੈ। ਤੇ ਜਿਹੜਾ ਮਨੁੱਖ ਧਰਮਖੰਡ ਵਿੱਚ ਪ੍ਰਵੇਸ਼ ਕਰਦਾ ਹੈ, ਪਹਿਲੀ ਅਵਸਥਾ ਵਿੱਚ ਆਉਂਦਾ ਹੈ ਤੇ ਉਹਦੇ ਜੀਵਨ 'ਚ ਕੀ ਤਬਦੀਲੀ ਆਉਂਦੀ ਹੈ, ਉਹਨੂੰ ਸਭ ਤੋਂ ਪਹਿਲੀ ਸਮਝ ਇਹ ਆਉਂਦੀ ਹੈ ਕਿ ਮੈਂ ਸੰਸਾਰ ਤੇ ਕਿਸ ਵਾਸਤੇ ਆਇਆ। ਮੈਨੂੰ ਉਸ ਪਰਮਾਤਮਾ ਨੇ ਇਸ ਧਰਤੀ ਤੇ ਭੇਜਿਆ, ਕਾਹਦੇ ਵਾਸਤੇ ਭੇਜਿਆ। ਉਹਨੂੰ ਸਮਝ ਆ ਜਾਂਦੀ ਇਹ ਧਰਤੀ ਨਹੀਂ, ਇਹ ਪਰਮਾਤਮਾ ਨੇ ਇੱਕ ਧਰਮਸਾਲ ਬਣਾਈ ਹੈ ਮਨੁੱਖ ਦੇ ਧਰਮ ਕਮਾਉਣ ਵਾਸਤੇ। ਆਪਾਂ ਕੱਲ ਦੀ ਪੌੜੀ 'ਚ ਪੜ੍ਹਿਆ ਸੀ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਇਹ ਪਰਮਾਤਮਾ ਨੇ ਧਰਮਸਾਲ ਬਣਾਈ ਹੈ ਮਨੁੱਖ ਦੇ ਧਰਮ ਕਮਾਉਣ ਵਾਸਤੇ। ਮਨੁੱਖ ਨੂੰ ਆਪਣੇ ਫਰਜ਼ਾਂ ਬਾਰੇ ਪਤਾ ਲੱਗਦਾ ਕਿ ਮੇਰੇ ਜੀਵਨ ਦੇ ਫਰਜ਼ ਕੀ ਨੇ। ਕੱਲ ਇਸ਼ਾਰਾ ਕੀਤਾ ਸੀ, ਆਪਾਂ ਦੁਨੀਆਦਾਰੀ ਵਿੱਚ ਵਿਚਰਦਿਆਂ ਵੀ ਇਹ ਗੱਲ ਕਹਿੰਦੇ ਆ, ਫਲਾਣੇ ਬੰਦੇ ਦਾ ਇਹ ਫਰਜ਼ ਬਣਦਾ ਹੈ, ਉਸ ਬੰਦੇ ਦਾ ਇਹ ਫਰਜ਼ ਬਣਦਾ ਹੈ। ਮਨੁੱਖ ਨੂੰ ਆਪਣੇ ਫਰਜ਼ਾਂ ਦੀ ਪਹਿਚਾਣ ਆ ਜਾਂਦੀ ਹੈ ਧਰਮਖੰਡ ਦੇ ਅੰਦਰ। ਧਰਮਖੰਡ ਵਿੱਚ ਜੋ ਪ੍ਰਵੇਸ਼ ਕਰਦਾ, ਸਹਿਜੇ ਸਹਿਜੇ ਉਹ ਗੁਰਦੁਆਰੇ ਆਉਣਾ ਵੀ ਸ਼ੁਰੂ ਕਰਦਾ, ਸੰਗਤ ਕਰਨੀ ਸ਼ੁਰੂ ਕਰਦਾ, ਬਾਣੀ ਪੜ੍ਹਨੀ ਸ਼ੁਰੂ ਕਰਦਾ। ਇਹ ਧਰਮਖੰਡ ਦੀਆਂ ਨਿਸ਼ਾਨੀਆਂ ਸੌਖੇ ਰੂਪ 'ਚ। ਫਿਰ ਮਾਲਕ ਕਿਰਪਾ ਕਰਦਾ, ਜਦੋਂ ਐਸਾ ਮਨੁੱਖ ਧਰਮਖੰਡ ਵਿੱਚੋਂ ਨਿਕਲ ਕੇ ਅੱਗੇ ਫਿਰ ਗਿਆਨ ਖੰਡ ਵਿੱਚ ਪ੍ਰਵੇਸ਼ ਕਰਦਾ। ਜਦੋਂ ਗਿਆਨ ਖੰਡ ਵਿੱਚ ਮਨੁੱਖ ਪੁੱਜਦਾ ਤਾਂ ਇਹਦੇ ਜੀਵਨ 'ਚ ਕੀ ਤਬਦੀਲੀ ਆਉਂਦੀ, ਕਿਉਂਕਿ ਹਰ ਇੱਕ ਅਵਸਥਾ ਦੇ ਅੰਦਰ ਅਲੱਗ-ਅਲੱਗ ਤਬਦੀਲੀ ਆਉਂਦੀ ਜਾਣੀ ਨਾ। ਹੁਣ ਅੱਜ ਦੀ ਪੌੜੀ ਅੰਦਰ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਸ਼ੁਰੂਆਤ 'ਚ ਇੱਕ ਗੱਲ ਕਹੀ ਕਿ ਧਰਮਖੰਡ ਕਾ ਇਹੋ ਕਰਮ। ਇਹ ਭਾਈ, ਇਹ ਜਿਹੜੀ ਪਿਛਲੀ ਪੌੜੀ ਪੜ੍ਹੀ ਹੈ ਨਾ, ਧਰਮਖੰਡ ਕਾ ਇਹੋ ਧਰਮ, ਇਹ ਧਰਮਖੰਡ ਦੇ ਅੰਦਰ ਮਨੁੱਖ ਦਾ ਇਹੀ ਕਰਤੱਵ ਹੈ, ਇਹੀ ਫਰਜ਼ ਹੈ ਜੋ ਇਸ ਪੌੜੀ ਦੇ ਅੰਦਰ ਦੱਸਿਆ।
किन्नी कमाल की गल। सतगुरां ने अगली ज्ञान खंड की अवस्था की शुरुआत कर लगे तो पिछली पौड़ी का भी जिक्र कर दिता, पिछली अवस्था का भी जिक्र करता। कहते धर्म खंड का इहो धर्म, धर्म खंड विच प्रवेश होए मनुख का यही फर्ज है, यही करतब है जिहड़ा पिछली पौड़ी के अंदर दस्सिया। हुण अगे वचन की किता जी, कहते ज्ञान खंड का आख हो कर्म। लो फिर जिहड़ा मनुख भागां दे नाल ज्ञान खंड विच प्रवेश करता है तां उहदा करतब भी सुन लो कि उहदे जीवन च की तब्दीली आती है। साध संग गौर करियो, जिथे धर्म खंड विच प्रवेश करने वाले नूं मुबारक है, पर अगला स्टैप है ज्ञान खंड। ज्ञान तो बिना भी मनुख इस राह ते नहीं तुर सकता। एक विद्वान ने बड़े सौखे जे वचन वरते, कहते शरधा चाहिए, रज के शरधा चाहिए, रज के भावना चाहिए, पर नाल ज्ञान भी चाहिए। कहते शरधा जिहड़ी है ना, ये साडियां लत्तां दा काम करदी है। देखो लत्तां तो बिना, पैरां तो बिना आपां तुर ही नहीं सकते ना। शरधा नहीं होगी तो परमात्मा के मार्ग से आपां तुर ही नहीं सकांगे। पर देखियो केवल लत्तां काम नहीं आनियां, ये अखां नाल रस्ता देखांगे तो इन्हां पैरां नाल पैंडा तय करांगे। कहते ज्ञान अखां दा काम करदी, ज्ञान भी लाजमी है। सतगुरां दा एक पावन वचन आपां पढ़दे हां जी, कहते कुंभे बद्धा जल रहे, जल बिन कुंभ ना होए। वो दुनिया के लोगों देखो पानी भी एक कुंभ करके बज्झा रह सकता है, भाव घड़े विच बज्झा रहता है, नहीं तो खिलर जाएगा। पर कितनी कमाल की गल है, घड़ा भी पानी करके बने। कुंभे बद्धा जल रहा, जल बिन कुंभ ना होए, पानी तो बिना घड़ा भी नहीं बन सकता। पर ज्ञान का बद्धा मन रहे, ये मन भी ज्ञान करके बज्झा रह सकता है, टिकिया रह सकता है। पर की करिए, गुरु बिन ज्ञान ना होए, गुरु तो बिना ज्ञान की प्राप्ति भी नहीं होनी। दोबारा बेनती करते हैं, धर्म खंड विच प्रवेश करने वाले की निशानी यह कि सहजे सहजे गुरुद्वारे आना शुरू कर दिंदा। वो संगत करता, बाणी पढ़ता, फिर उन्होंने ज्ञान आना शुरू हो जाता ना, ताई फिर अगले खंड च प्रवेश करता है ज्ञान खंड विच। नहीं तो ज्ञान तो बिना मनुख अन्ना है। जदों गुरु कोल नहीं जाएगा, उन्होंने ज्ञान की प्राप्ति नहीं होगी तो मनुख अन्ना है। अब जी बचन पढ़ते हो, जिसो चंदा उगवै सूरज चढ़े हजार, इते चानन होंदियां गुर बिन घोर अंधार। भावें 100 चंद्रमा चढ़ जाए, 1000 सूरज हो जाए, पर सचमुच जे अंदर गुरबानी का चानना नहीं तो कुप हनेरा मनुख वास्ते। बेनती कर दे सौखे रूप च ये 35 नंबर पौड़ी की विचार पहला कर ली, फिर अखरी अर्थ कर देंगे, 5-7 मिनट लगाने ज़्यादा। कबीर साहब ने उस मनुख की बड़ी कमाल की अवस्था बयान की है जिहड़ा ज्ञान खंड विच प्रवेश कर जाता। हालांकि बहुत वचन ने साध संगत, पर इको वचन कबीर साहब का, कहते दुनिया के लोगों देखो, जो मनुख कोई धर्म खंड चों निकल के ज्ञान खंड विच प्रवेश करता है तो वो जीवन च किवें आंधी आती है। कहते देखो पाई ज्ञान की आई आंधी। और दुनिया के लोगों देखो, जो कोई भागां वाला मनुख ज्ञान खंड विच प्रवेश करता है तो वो जीवन च किवें दी आंधी आंधी है। सबै उडानी भरम की टाटी रह न माया बांधी। उहदे जीवन चो एक भरमां दी टाटी, भरमां दी छन जिहड़ी है, भरमां दी झुग्गी बनी जिहड़ी है, वो सारी उड पुड जाती है ते रह न माया बांधी। ये जिहड़ी छन, ये जिहड़ा जीवन माया के सहारे टिकिया सी, जदों ज्ञान की आंधी आंधी, वो सारे वहम भरम खत्म हो जाते ते माया की बनाई हुई छन जिहड़ी खत्म हो जाती। इशारा करदे एक होर, बाहर तुसी संसार ते विचरदे असीं तुसी सब देखने आ, छन की हुंदी है? झुग्गी जी, टाटी भी झुग्गी नूं आखिया। जो झुग्गी तैयार की जाती तो किवें तैयार की जाती? दो पहला बल्लियां जिहड़ियां ने गड्डियां जांदियां ने। इत्थे जिसनों थूनी शब्द वरतिया अगे कबीर साहब ने जी, थूना। दो बल्लियां गड्ड के उहदे उपर एक बलेडा बल्ला उपर लंबे दादा लटाया जाता है तो उहदे उपर फिर सारी छन जिहड़ी है वो तैयार की जाती। कबीर साहब कहते मनुख का यह शरीर भी एक नगर है। गौर करिए, नुकता गहरा जी। मनुख का शरीर भी एक नगर है। इस नगर के अंदर मनुख ने भी एक छन बनाई हुई है जिहदे विच ये जिंदा पिया। किसी ने अलग टाइप की छन बनाई, किसी ने होर टाइप की छन बनाई है। दोबारा बेनती करा, इस शरीर भी मनुख का एक नगरी है। इस नगरी के अंदर मनुख ने अपने अपने तरीके नाल एक छन बनाई है जिस विच ये मनुख जी रहा है जी।
ਕਬੀਰ ਸਾਹਿਬ ਕਹਿੰਦੇ ਫਿਰ ਉਹ ਛੰਨ ਜ਼ਿਆਦਾਤਰ ਲੋਕ ਕਿਸ ਦੀ ਬਣਾ ਕੇ ਰੱਖਦੇ ਨੇ? ਕਹਿੰਦੇ ਜ਼ਿਆਦਾ ਲੋਕਾਂ ਨੇ ਤ੍ਰਿਸ਼ਨਾ ਦੀਆਂ ਛੰਨਾਂ ਬਣਾਈਆਂ ਹੋਈਆਂ ਨੇ। ਇਹ ਸਾਰਾ ਨਕਸ਼ਾ ਇਸ ਸ਼ਬਦ ਦੇ ਅੰਦਰ ਖਿੱਚਿਆ ਜੀ। ਕਹਿੰਦੇ ਪਰ ਜਦੋਂ ਗਿਆਨ ਦੀ ਹਨੇਰੀ ਆਂਦੀ, ਇੱਕ ਇੱਕ ਪੰਕਤੀ ਸੁਣਦੇ ਜਾਇਓ, ਕਿਉਂਕਿ ਅਗਰ ਪੂਰੇ ਭਾਵ ਅਰਥ ਦੇਖਣੇ ਪਏ ਤੇ ਬਹੁਤਾ ਲੰਬਾ ਸਮਾਂ ਲੱਗ ਜਾਣਾ। ਜੇ ਗੌਰ ਕਰਿਓ, ਕਬੀਰ ਸਾਹਿਬ ਕਹਿੰਦੇ ਦੇਖੋ ਭਾਈ ਗਿਆਨ ਕੀ ਆਈ ਆਂਦੀ। ਉਹ ਦੁਨੀਆ ਦੇ ਲੋਕੋ, ਜਦੋਂ ਦੇਖੋ ਕਿਸੇ ਭਾਗਾਂ ਵਾਲੇ ਮਨੁੱਖ ਦੇ ਜੀਵਨ 'ਚ ਗਿਆਨ ਦੀ ਆਂਦੀ ਆਂਦੀ ਹੈ, ਗਿਆਨ ਦੀ ਹਨੇਰੀ ਆਂਦੀ ਹੈ, ਤਾਂ ਸਭੈ ਉਡਾਨੀ ਭਰਮ ਕੀ ਟਾਟੀ। ਤਾਂ ਸਭ ਤੋਂ ਪਹਿਲੀ ਬਖਸ਼ਿਸ਼ ਉਹਦੇ ਅੰਦਰੋਂ ਭਰਮਾਂ ਦਾ ਜਾਲ ਟੁੱਟ ਜਾਂਦਾ ਹੈ, ਵਹਿਮਾਂ ਭਰਮਾਂ 'ਚ ਉਹ ਬਾਹਰ ਨਿਕਲ ਜਾਂਦਾ ਹੈ। ਰਹਿ ਨਾ ਮਾਇਆ ਬਾਂਦੀ, ਇਹ ਜਿਹੜੀ ਛੰਨ, ਇਹ ਜਿਹੜੀ ਝੁੱਗੀ ਮਾਇਆ ਦੇ ਸਹਾਰੇ ਟਿਕੀ ਆ, ਇਹ ਫਿਰ ਉਸ ਗਿਆਨ ਦੇ ਅੱਗੇ ਕਿੱਥੇ ਟਿਕੀ ਰਹਿ ਸਕਦੀ ਹੈ? ਰਹਾਓ ਦੋ ਚਿੱਤੇ ਕੀ ਦੋਇ ਥੂਨ ਗਿਰਾਨੀ, ਮੋਹ ਬਲੇਡਾ ਟੁੱਟਾ। ਪੂਰੇ ਮਟੀਰੀਅਲ ਦਾ ਜ਼ਿਕਰ ਕੀਤਾ ਕਬੀਰ ਸਾਹਿਬ। ਦੇਖੋ ਝੁੱਗੀ ਨੂੰ ਕਿਤੇ ਦੇਖਿਓ ਜਾ ਕੇ। ਦੁਚਿੱਤੇ ਕੀ ਦੋਇ ਥੂਨ, ਥੂਨ ਪਹਿਲਾਂ ਦਾਸ ਨੇ ਬੇਨਤੀ ਕੀਤੀ ਥੰਮੀਆਂ। ਕਹਿੰਦੇ ਫਿਰ ਕਿਰਪਾ ਕੀ ਹੁੰਦੀ ਜਦੋਂ ਗਿਆਨ ਦੀ ਹਨੇਰੀ ਆਂਦੀ? ਉਹ ਜਿਹੜੀਆਂ ਦੁਬਦਾ ਦੀਆਂ ਦੋ ਬੱਲੀਆਂ ਗੱਡੀਆਂ ਸੀ ਨਾ, ਜਿਹੜੀਆਂ ਅੰਦਰ ਜੀਵਨ 'ਚ ਖੜੀਆਂ ਕੀਤੀਆਂ ਸੀ, ਉਹ ਦੁਬਦਾ ਦੀਆਂ ਦੋ ਬੱਲੀਆਂ ਟੁੱਟ ਗਈਆਂ। ਦੋ ਚਿੱਤੇ ਕੀ ਦੋਇ ਥੂਨ ਗਿਰਾਨੀ, ਦੁਬਦਾ ਹੀ ਤੇ ਮਨੁੱਖ ਨੂੰ ਅੱਗੇ ਤੁਰਨ ਨਹੀਂ ਦਿੰਦੀ। ਮੋਹ ਬਲੇਡਾ ਟੁੱਟਾ, ਤੇ ਜਿਹੜਾ ਉੱਪਰ ਬਲੇਡਾ ਪਾਇਆ ਸੀ, ਬੱਲਾ ਪਾਇਆ ਸੀ, ਉਹ ਮੋਹ ਦਾ ਪਾਇਆ ਸੀ ਮਨੁੱਖ ਨੇ। ਇਹ ਮਨੁੱਖ ਦੇ ਜੀਵਨ ਦੇ ਛੰਨ ਦੀ ਗੱਲ ਚੱਲਦੀ ਪਈ ਹੈ। ਇਹ ਸਰੀਰ ਰੂਪੀ ਨਗਰੀ ਦੇ ਅੰਦਰ ਜਿਹੜੀ ਇੱਕ ਮਨੁੱਖ ਛੰਨ ਬਣਾ ਕੇ ਉਹਦੇ ਵਿੱਚ ਜੀ ਰਿਹਾ, ਮਨੁੱਖ ਦਾ ਜੀਵਨ ਬਿਆਨ ਕੀਤਾ। ਫਿਰ ਤਿਸ਼ਨਾ ਸ਼ਾਨ ਪਰੀ ਧਰ ਉਪਰ ਦੁਰਮਤ ਭਾਂਡਾ ਫੁੱਟਾ। ਇਹ ਸਾਰੀ ਦੀ ਸਾਰੀ ਛੰਨ ਜਿਹੜੀ ਤਿਸ਼ਨਾ ਸ਼ਾਨ, ਇਹ ਤ੍ਰਿਸ਼ਨਾ ਦੀ ਬਣਾਈ ਸੀ। ਹੋਇਆ ਕਿ ਜਦੋਂ ਗਿਆਨ ਦੀ ਹਨੇਰੀ ਆਈ, ਤਿਸ਼ਨਾ ਸ਼ਾਨ ਪਰੀ ਧਰ ਉਪਰ, ਧਰ ਕਹਿੰਦੇ ਧਰਤੀ ਨੂੰ, ਉਹ ਸਾਰੀ ਦੀ ਸਾਰੀ ਜਿਹੜੀ ਛੰਨ ਸੀ ਨਾ, ਉਹ ਧਰਤੀ ਉੱਪਰ ਡਿੱਗ ਪਈ। ਦੁਰਮਤ ਭਾਂਡਾ ਫੁੱਟਾ, ਤੇ ਜਿਹੜਾ ਮਾਰੀ ਮੱਤ ਦਾ ਭਾਂਡਾ ਸੀ ਨਾ, ਉਹ ਭੱਜ ਗਿਆ ਜੀ। ਭਾਵ ਕੁਚੱਜੀ ਮੱਤ ਜਿਹੜੀ ਸੀ, ਉਹ ਜੀਵਨ ਚੋਂ ਨਿਕਲ ਗਈ। ਗੌਰ ਕਰਿਓ ਸਾਧ ਸੰਗਤ, ਹੱਥ ਜੋੜ ਕੇ ਬੇਨਤੀ ਕਰਨਾ, ਜਦੋਂ ਵੀ ਕਿਸੇ ਸ਼ਬਦ ਦੀ ਵਿਚਾਰ ਕਰਦਾ ਨਾ, ਜਿਵੇਂ ਹੁਣ ਲੜੀਵਾਰ ਵਿਚਾਰ ਚੱਲਦੀ ਪਈ, ਹਾਲਾਂਕਿ ਬਿਲਕੁਲ ਇਸ਼ਾਰਾ ਮਾਤਰ ਹੀ ਵਿਚਾਰ ਕਰਦਾ ਪਿਆ, ਪਰ ਅੱਗੇ ਬੜੇ ਵਿਸ਼ੇ ਨਾਲ ਨਿਕਲਦੇ ਜਾਂਦੇ ਨੇ। ਗੁਰੂ ਕਿਰਪਾ ਕਰੇ ਆਪ ਹੀ ਕਿਤੇ ਸੇਵਾ ਲੈ ਲੇ। ਕਈ ਵਾਰ ਬੇਨਤੀ ਕਰੀਦੀ ਹੈ ਕਿ ਵਿੱਚ ਜਿਹੜੇ ਨਵੇਂ ਵਿਸ਼ੇ ਨਿਕਲਦੇ ਨੇ, ਕਿਤੇ ਅਲੱਗ ਰੂਪ 'ਚ ਉਹਨਾਂ ਦੀ ਵਿਚਾਰ ਕਰਾਂਗੇ। ਜਿਵੇਂ ਇੱਥੇ ਦੁਰਮਤ ਦਾ ਜ਼ਿਕਰ ਆਇਆ, ਕਿੰਨੇ ਪ੍ਰਕਾਰ ਦੀ ਮਤ ਹੈ, ਹੁਣ ਇੱਕ ਨਵਾਂ ਵਿਸ਼ਾ ਸ਼ੁਰੂ ਹੋ ਗਿਆ ਨਾ। ਗੁਰੂ ਕਿਰਪਾ ਕਰੇ। ਮਰ ਕਹਿੰਦੇ ਫਿਰ ਉਹਦਾ ਦੁਰਮਤ ਦਾ ਭਾਂਡਾ ਜਿਹੜਾ, ਉਹ ਵੀ ਭੱਜ ਜਾਂਦਾ ਹੈ। ਫਿਰ ਬਖਸ਼ਿਸ਼ ਕੀ ਹੁੰਦੀ? ਗੌਰ ਕਰਿਓ। ਆਂਦੀ ਪਾਛੇ ਜੋ ਜਲ ਵਰਖ ਹੈ, ਤਹ ਤੇਰਾ ਜਨ ਪੀਨਾ। ਹਾਂ, ਜਦੋਂ ਗਿਆਨ ਦੀ ਆਂਦੀ ਆਂਦੀ ਹੈ ਨਾ, ਉਹ ਆਂਦੀ ਆਉਣ ਤੋਂ ਬਾਅਦ ਜਦੋਂ ਉਸ ਪਰਮਾਤਮਾ ਦੇ ਨਾਮ ਦੀ ਅੰਮ੍ਰਿਤ ਰੂਪੀ ਵਰਖਾ ਹੁੰਦੀ ਹੈ। ਨੁਕਤਾ ਸਮਝਿਓ ਸਾਸ। ਸਾਡੇ ਪਿੰਡਾਂ 'ਚ, ਨਗਰਾਂ 'ਚ ਸਿਆਣੇ ਲੋਕ ਕਹਿੰਦੇ ਸਨ, ਕਹਿੰਦੇ ਕੋਈ ਗੱਲ ਨਹੀਂ, ਹਨੇਰੀ ਆਈ ਹੈ, ਹੁਣ ਬੱਦਲ ਆਉਣ ਦੀ ਵੀ ਸੰਭਾਵਨਾ ਹੈ। ਕਿ ਹਨੇਰੀ ਆਈ ਹੈ, ਹੁਣ ਬੱਦਲ ਆਉਣ ਦੀ ਸੰਭਾਵਨਾ ਵੀ ਹੈ। ਹਨੇਰੀ ਨੂੰ ਵੀ ਚੰਗੇ ਰੂਪ 'ਚ ਦੇਖਿਆ ਜਾਂਦਾ ਸੀ ਜੀ। ਇਹ ਵੀ ਪੋਜ਼ਿਟਿਵ ਸੋਚ ਸੀ ਨਾ। ਸੋਚ ਨੈਗੇਟਿਵ ਹੋਵੇ ਤਾਂ ਬੰਦਾ ਕੁਝ ਵੀ ਨਹੀਂ ਸਿੱਖ ਸਕਦਾ। ਕਹਿੰਦੇ ਆਂਦੀ ਆਈ ਹੈ, ਹਨੇਰੀ ਆਈ ਹੈ, ਇਹਦਾ ਮਤਲਬ ਬੱਦਲ ਆਉਣ ਦੀ ਸੰਭਾਵਨਾ ਹੈ। ਇੱਥੇ ਕਬੀਰ ਸਾਹਿਬ ਨੇ ਕਿੰਨੀ ਕਮਾਲ ਦੀ ਗੱਲ ਕਹੀ। ਕਹਿੰਦੇ ਜਦੋਂ ਗਿਆਨ ਦੀ ਹਨੇਰੀ ਆਈ, ਫਿਰ ਉਸ ਤੋਂ ਬਾਅਦ ਉਸ ਪਰਮਾਤਮਾ ਦੇ ਨਾਮ ਦੀ ਅੰਮ੍ਰਿਤ ਰੂਪੀ ਵਰਖਾ ਹੋਈ। ਸਵਾਲ ਪੈਦਾ ਹੁੰਦਾ, ਪਹਿਲਾਂ ਵਰਖਾ ਨਹੀਂ ਸੀ ਹੁੰਦੀ? ਵਰਖਾ ਹੁੰਦੀ ਸੀ, ਪਰ ਅੰਦਰ ਇੱਕ ਛੰਨ ਬਣਾ ਕੇ ਮਨੁੱਖ ਬੈਠਾ ਸੀ ਨਾ। ਇਸ ਸਰੀਰ ਰੂਪੀ ਨਗਰੀ ਦੇ ਅੰਦਰ ਇਹੋ ਜੀ ਇਸਨੇ ਤ੍ਰਿਸ਼ਨਾ ਦੀ ਛੰਨ ਬਣਾਈ ਸੀ, ਜਿਹਦੇ ਅੰਦਰ ਇਹ ਬੈਠਾ ਸੀ। ਇਹਦੇ ਉੱਤੇ ਪਰਮਾਤਮਾ ਦੇ ਨਾਮ ਦਾ ਅੰਮ੍ਰਿਤ ਰੂਪੀ ਮੀਂਹ ਪੈਂਦਾ ਹੀ ਨਹੀਂ ਸੀ ਪਿਆ। ਮੀਂਹ ਤੇ ਪੈਂਦਾ ਸੀ, ਪਰ ਇਹਨੂੰ ਭਿਉਂਦਾ ਨਹੀਂ ਸੀ ਪਿਆ। ਇਹਦਾ ਮਨ ਨਹੀਂ ਸੀ ਭਿੱਜਦਾ ਪਿਆ। ਆਪਾਂ ਬੈਠੇ ਹੁੰਦੇ ਹਾਂ ਗੁਰਦੁਆਰੇ, ਕਥਾ ਕੀਰਤਨ ਸਰਵਨ ਕਰਨੇ, ਕੁਝ ਕੁ ਸਮਾਂ ਠੰਡਕ ਮਿਲਦੀ ਹੈ, ਬਾਹਰ ਜਾ ਕੇ ਫਿਰ ਸੁੱਕੇ ਦੇ ਸੁੱਕੇ। ਕਾਰਨ ਮਨੁੱਖ ਇੱਕ ਅੰਦਰ ਇੱਕ ਛੰਨ ਬਣਾ ਕੇ ਬਹਿ ਗਿਆ, ਇੱਕ ਆਪਣਾ ਇੱਕ ਘਰ ਬਣਾ ਕੇ ਬਹਿ ਗਿਆ ਜੀ। ਸੌਖਾ ਸ਼ਬਦ ਵਰਤ ਲਾਂ। ਇਸ ਕਰਕੇ ਉਹ ਪਰਮਾਤਮਾ ਦੇ ਨਾਮ ਦਾ ਅੰਮ੍ਰਿਤ ਰੂਪੀ ਮੀਂਹ ਜਿਹੜਾ ਨਾ, ਇਹਨੂੰ ਭਿਉਂਦਾ ਨਹੀਂ ਹੈ, ਇਹਨੂੰ ਗੱਲਾਂ ਨਹੀਂ ਕਰਦਾ। ਪਰ ਜਦੋਂ ਗਿਆਨ ਦੀ ਹਨੇਰੀ ਆਂਦੀ ਹੈ, ਉਹ ਛੰਨ, ਉਹ ਮਾੜਾ ਜੀਵਨ ਟੁੱਟਦਾ ਹੈ। ਫਿਰ ਉਹ ਪਰਮਾਤਮਾ ਦੇ ਨਾਮ ਦਾ ਮੀਂਹ ਜਦੋਂ ਪੈਂਦਾ, ਆਂਦੀ ਪਾਛੇ ਜੋ ਜਲ ਵਰਖੈ, ਤਹ ਤੇਰਾ ਜਨ ਪੀਨਾ। ਫਿਰ ਤੇਰਾ ਮਨ ਜਿਹੜਾ ਨਾ, ਉਹ ਪਰਮਾਤਮਾ ਦੇ ਨਾਮ ਰੂਪੀ ਅੰਮ੍ਰਿਤ ਦੇ ਨਾਲ ਭਿੱਜ ਜਾਂਦਾ ਜੀ। ਫਿਰ ਕੀ ਹੁੰਦਾ ਜੀ? ਕਹਿ ਕਬੀਰ ਮਨ ਪਿਆ ਪਰਗਾਸਾ, ਉਦਾ ਭਾਨ ਜਬ ਚੀਨਾ। ਕਬੀਰ ਸਾਹਿਬ ਕਹਿਣ ਲੱਗੇ, ਹੇ ਪ੍ਰਭੂ,
ਜਦੋਂ ਤੇਰੇ ਨਾਮ ਦਾ ਸੂਰਜ ਮੇਰੇ ਜੀਵਨ 'ਚ ਚੜ੍ਹਿਆ ਤੇ ਮੈਂ ਕੀ ਵੇਖਿਆ, ਮੇਰੇ ਮਨ ਵਿੱਚ ਗਿਆਨ ਦਾ ਚਾਨਣ ਹੋ ਗਿਆ। ਕਦੋਂ? ਜਦੋਂ ਗਿਆਨ ਦੀ ਹਨੇਰੀ ਆਈ, ਜਦੋਂ ਗਿਆਨ ਦਾ ਤੂਫਾਨ ਆਇਆ। ਉਹ ਜਿਹੜੀ ਮੈਂ ਅੰਦਰ ਝੁੱਗੀ ਬਣਾ ਕੇ ਬੈਠਾ ਸਾਂ, ਜਿਹੜਾ ਇੱਕ ਵੱਖਰਾ ਹੀ ਜੀਵਨ ਤਿਆਰ ਕਰਕੇ ਬੈਠਾ ਸਾਂ, ਜਦੋਂ ਉਹ ਟੁੱਟ ਗਿਆ ਤੇ ਅੰਦਰ ਫਿਰ ਪਰਮਾਤਮਾ ਦੇ ਨਾਮ ਦਾ ਮੀਂਹ ਨਾਲ ਮੇਰਾ ਮਨ ਭਿੱਜ ਗਿਆ ਤੇ ਮੇਰੇ ਜੀਵਨ 'ਚ ਚਾਨਣ ਹੀ ਚਾਨਣ ਹੋ ਗਿਆ, ਮੇਰੇ ਜੀਵਨ 'ਚ ਪ੍ਰਕਾਸ਼ ਹੋ ਗਿਆ, ਕਿਉਂਕਿ ਅਗਿਆਨਤਾ ਦਾ ਹਨੇਰਾ ਜਿਹੜਾ ਉਹ ਦੂਰ ਹੋ ਗਿਆ। ਸੋ ਕਬੀਰ ਸਾਹਿਬ ਨੇ ਅੱਜ ਦੀ ਪੌੜੀ ਦੀ ਵਿਚਾਰ ਇਸ ਸ਼ਬਦ ਦੇ ਰਾਹੀਂ ਕਰ ਦਿੱਤੀ ਹੈ। ਹੁਣ ਆਪਾਂ ਇਸ ਪੌੜੀ ਦੇ ਅਖਰੀ ਅਰਥ ਕਰਨੇ ਨੇ ਜੀ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਕਹਿੰਦੇ, ਧਰਮ ਖੰਡ ਕਾ ਇਹੋ ਧਰਮ। ਇਹ ਭਾਈ ਧਰਮ ਖੰਡ ਦਾ ਤੇ ਇਹੋ ਕਰਤੱਵ ਸੀ ਜੋ ਪਿਛਲੀ ਪੌੜੀ 'ਚ ਦੱਸਿਆ। ਗਿਆਨ ਖੰਡ ਕਾ ਆਖੋ ਕਰਮ। ਹਾਂ, ਹੁਣ ਗਿਆਨ ਖੰਡ ਦਾ ਕਰਤੱਵ ਵੀ ਸਮਝ ਲਓ ਕਿ ਗਿਆਨ ਖੰਡ ਦੇ ਅੰਦਰ ਕੀ ਕੁਝ ਵਾਪਰਦਾ ਹੈ, ਗਿਆਨ ਖੰਡ ਦੇ ਅੰਦਰ ਮਨੁੱਖ ਦੀ ਕਿਹੋ ਜੀ ਅਵਸਥਾ ਜਿਹੜੀ ਹੈ ਉਹ ਬਣਦੀ ਹੈ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਕਹਿੰਦੇ, ਕੇਤੇ ਪਵਨ ਪਾਣੀ ਵੈਸੰਤਰ, ਕੇਤੇ ਕਾਨ ਮਹੇਸ਼। ਹੈ ਭਾਈ, ਉਸ ਪਰਮਾਤਮਾ ਦੀ ਰਚੀ ਹੋਈ ਕੁਦਰਤ ਦੇ ਅੰਦਰ ਕਈ ਪ੍ਰਕਾਰ ਦੇ ਪੌਣ, ਪਾਣੀ ਤੇ ਅਗਨੀਆਂ ਹਨ, ਕਈ ਕ੍ਰਿਸ਼ਨ ਹਨ ਤੇ ਕਈ ਸ਼ਿਵ ਹਨ। ਸੱਚਮੁੱਚ ਇਸ ਖੰਡ ਵਿੱਚ ਜਦੋਂ ਮਨੁੱਖ ਪ੍ਰਵੇਸ਼ ਕਰਦਾ ਹੈ, ਉਹਦੇ ਅੰਦਰੋਂ ਲੜਾਈਆਂ ਝਗੜੇ ਮੁੱਕ ਜਾਂਦੇ ਨੇ। ਬੰਦਾ ਸੋਚਦਾ ਮੈਂ ਤੇ ਇੱਕ ਕ੍ਰਿਸ਼ਨ ਨੂੰ ਮੰਨ ਕੇ ਬੈਠਾ ਸਾਂ, ਇੱਕ ਸ਼ਿਵ ਨੂੰ ਮੰਨ ਕੇ ਬੈਠਾ ਸਾਂ। ਇਹ ਬੇਨਤੀ ਕਰਨਾ, ਇਹ ਜਿਹੜੀਆਂ ਅਧਿਆਤਮਿਕ ਜੀਵਨ ਦੀਆਂ ਅਵਸਥਾਵਾਂ ਨੇ, ਕੇਵਲ ਕਿਸੇ ਸਿੱਖ ਵਾਸਤੇ ਨਹੀਂ। ਇਹਨਾਂ ਅਵਸਥਾ ਨੂੰ ਧਰਤੀ ਤੇ ਰਹਿਣ ਵਾਲਾ ਹਰ ਇੱਕ ਜੀਵ ਕਮਾ ਸਕਦਾ। ਤਾਂ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਕਹਿੰਦੇ ਦੀ ਸੋਚ ਵਿਸ਼ਾਲਤਾ ਆ ਜਾਂਦੀ ਹੈ, ਇਹਦੇ ਅੰਦਰ ਖੁੱਲਾਪਨ ਆ ਜਾਂਦਾ ਜੀ। ਕੇਤੇ ਬਰਮੇ ਘਾੜਤ ਕੜੀਐ, ਅਰੂਪ ਰੰਗ ਕੇ ਵੇਸ। ਉਸ ਪਰਮਾਤਮਾ ਦੀ ਰਚੀ ਹੋਈ ਕੁਦਰਤ ਦੇ ਅੰਦਰ ਕਈ ਬ੍ਰਹਮਾ ਜਿਹੜੇ ਪੈਦਾ ਕੀਤੇ ਜਾ ਰਹੇ ਹਨ, ਜਿਨ੍ਹਾਂ ਦੇ ਕਈ ਰੂਪ ਹਨ, ਕਈ ਰੰਗ ਹਨ ਅਤੇ ਕਈ ਵੇਸ ਹਨ। ਦੋਵੇਂ ਪੰਕਤੀਆਂ ਇਕੱਠੀਆਂ ਇੱਕ ਵਾਰ ਪੜ੍ਹ ਲਈ। ਕੇਤੇ ਪਵਨ ਪਾਣੀ ਵੈਸੰਤਰ, ਕੇਤੇ ਕਾਨ ਮਹੇਸ਼, ਕੇਤੇ ਬਰਮੇ ਘਾੜਤ ਕੜੀਐ, ਰੂਪ ਰੰਗ ਕੇ ਵੇਸ। ਉਸ ਪਰਮਾਤਮਾ ਦੀ ਰਚੀ ਹੋਈ ਕੁਦਰਤ ਦੇ ਅੰਦਰ ਕਈ ਪ੍ਰਕਾਰ ਦੀਆਂ ਹਵਾਵਾਂ ਹਨ, ਪਾਣੀ ਹਨ, ਕਈ ਪ੍ਰਕਾਰ ਦੀ ਅੱਗ, ਕਈ ਕ੍ਰਿਸ਼ਨ, ਕਈ ਸ਼ਿਵ ਅਤੇ ਕਈ ਬ੍ਰਹਮਾ ਪੈਦਾ ਕੀਤੇ ਜਾ ਰਹੇ ਹਨ, ਜਿਨ੍ਹਾਂ ਦੇ ਕਈ ਰੂਪ ਹਨ, ਕਈ ਰੰਗ ਹਨ ਅਤੇ ਕਈ ਵੇਸ ਹਨ। ਕੇਤੀਆਂ ਕਰਮ ਭੂਮੀ ਮੇਰ ਕੇਤੇ, ਕੇਤੇ ਤੂੰ ਉਪਦੇਸ਼। ਉਸ ਪਰਮਾਤਮਾ ਦੀ ਰਚੀ ਹੋਈ ਕੁਦਰਤ ਵਿੱਚ ਬੇਅੰਤ ਧਰਤੀਆਂ ਹਨ, ਬੇਅੰਤ ਮੇਰੂ ਪਰਬਤ ਹਨ, ਬੇਅੰਤ ਧੂ ਭਗਤ ਤੇ ਉਹਨਾਂ ਦੇ ਉਪਦੇਸ਼ ਹਨ। ਕੇਤੇ ਇੰਤ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ। ਉਸ ਪਰਮਾਤਮਾ ਦੀ ਰਚੀ ਹੋਈ ਕੁਦਰਤ ਦੇ ਅੰਦਰ ਬੇਅੰਤ ਇੰਦਰ ਦੇਵਤੇ, ਚੰਦਰਮਾ, ਬੇਅੰਤ ਸੂਰਜ ਅਤੇ ਬੇਅੰਤ ਭਵਨ ਚੱਕਰ ਹਨ ਜੀ। ਕੇਤੇ ਸਿੱਧ ਬੁੱਧਨਾਥ, ਕੇਤੇ ਦੇਵੀ ਵੇਸ। ਬੇਅੰਤ ਸਿੱਧ ਹਨ, ਬੇਅੰਤ ਬੁੱਧ ਅਵਤਾਰ ਹਨ, ਬੇਅੰਤ ਨਾਥ ਹਨ ਅਤੇ ਬੇਅੰਤ ਦੇਵੀਆਂ ਦੇ ਪਹਿਰਾਵੇ ਹਨ ਜੀ। ਕੇਤੇ ਦੇਵ ਦਾਨਵ ਮੁਨ ਕੇਤੇ ਰਤਨ ਸਮੁੰਦ। ਹੈ ਭਾਈ, ਉਸ ਪਰਮਾਤਮਾ ਦੀ ਰਚੀ ਹੋਈ ਕੁਦਰਤ ਵਿੱਚ ਬੇਅੰਤ ਦੇਵਤੇ ਅਤੇ ਦੈਂਤ ਹਨ, ਬੇਅੰਤ ਮੁਨੀ ਹਨ, ਬੇਅੰਤ ਪ੍ਰਕਾਰ ਦੇ ਰਤਨ ਤੇ ਰਤਨਾਂ ਦੇ ਸਮੁੰਦਰ ਹਨ ਜੀ। ਕੇਤੀਆਂ ਖਾਣੀ, ਕੇਤੀਆਂ ਬਾਣੀ, ਕੇਤੇ ਪਾਤ ਨਰਿੰਦ। ਉਸ ਪਰਮਾਤਮਾ ਦੀ ਰਚੀ ਹੋਈ ਕੁਦਰਤ ਦੇ ਅੰਦਰ ਜੀਵ ਰਚਨਾ ਦੀਆਂ ਬੇਅੰਤ ਖਾਨੀਆਂ ਹਨ। ਵੈਸੇ 4 ਖਾਨੀਆਂ ਮੰਨੀਆਂ ਜਾਂਦੀਆਂ ਨੇ, ਅੰਡ ਜੇਰੇ ਸੇਤਜ ਉਤਪਜ, ਪਰ ਮੇਰੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਇੱਥੇ ਨਾ ਟਿਕੇ ਰਹੋ। ਉਸ ਪਰਮਾਤਮਾ ਦੀ ਕੁਦਰਤ ਦਾ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਬੇਅੰਤ ਖਾਨੀਆਂ ਹਨ, ਜੀਵਾਂ ਦੀਆਂ ਬੋਲੀਆਂ ਵੀ 4 ਨਹੀਂ, ਬੇਅੰਤ ਬਾਣੀਆਂ ਹਨ, ਬੇਅੰਤ ਪਾਤਸ਼ਾਹ ਤੇ ਰਾਜੇ ਹਨ ਜੀ। ਇਸ ਪੌੜੀ ਦੀ ਸੰਪੂਰਨਤ ਕਰਦਿਆਂ ਮੇਰਾ ਗੁਰੂ ਬਾਬਾ ਕੀ ਬਖਸ਼ਿਸ਼ ਕਰਦਾ ਜੀ। ਕੇਤੀਆਂ ਸੁਰਤੇ ਸੇਵਕ ਕੇਤੇ, ਨਾਨਕ ਅੰਤ ਨ ਅੰਤ। ਹੈ ਭਾਈ, ਉਸ ਪਰਮਾਤਮਾ ਦੀ ਰਚੀ ਹੋਈ ਕੁਦਰਤ ਦੇ ਅੰਦਰ ਬੇਅੰਤ ਪ੍ਰਕਾਰ ਦੇ ਧਿਆਨ ਹਨ, ਜੋ ਜੀਵ ਮਨ ਦੁਆਰਾ ਲਾਉਂਦੇ ਹਨ ਤੇ ਸੱਚਮੁੱਚ ਬੇਅੰਤ ਸੇਵਕ ਹਨ।
ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਬਖਸ਼ਿਸ਼ ਕਰਦੇ ਜਿਨ੍ਹਾਂ ਦਾ ਕੋਈ ਅੰਤ ਨਹੀਂ ਪੈ ਸਕਦਾ। ਭਾਵ ਇਸ ਖੰਡ ਵਿੱਚ ਪ੍ਰਵੇਸ਼ ਕਰਨ ਕਰਕੇ ਮਨੁੱਖ ਦੇ ਅੰਦਰ ਵਿਸ਼ਾਲਤਾ ਆ ਜਾਂਦੀ, ਮਨੁੱਖ ਦੀ ਸੋਚ ਵਿੱਚ ਖੁੱਲਾਪਨ ਆ ਜਾਂਦਾ ਹੈ, ਮਨੁੱਖ ਦੇ ਅੰਦਰੋਂ ਸੰਕੀਰਨਤਾ ਖਤਮ ਹੋ ਜਾਂਦੀ। ਉਹ ਆਪਣੇ ਵੱਲੋਂ ਧਿਆਨ ਹਟਾ ਕੇ ਉਸ ਮਾਲਕ ਦੀ ਰਚੀ ਹੋਈ ਕੁਦਰਤ ਵੱਲ ਵੇਖ ਕੇ ਉਹਦਾ ਸ਼ੁਕਰ ਕਰ ਦਿੰਦਾ ਹੈ, ਉਹਦਾ ਸ਼ੁਕਰ ਕਰ ਦਿੰਦਾ ਹੈ। ਸਾਧ ਸੰਗਤ, ਬਸ ਜੇ ਕੋਈ ਨਾਮ ਜਪਣ ਵਾਲੇ ਰਾਹ ਤੇ ਤੁਰਿਆ ਤੇ ਆਪਣੇ ਆਪ ਨੂੰ ਵੇਖੇ ਮੇਰੇ ਅੰਦਰ ਵਿਸ਼ਾਲਤਾ ਆਈ ਹੈ ਕਿ ਨਹੀਂ, ਮੈਂ ਆਪਣੇ ਆਪ ਵਿੱਚ ਤੇ ਜਕੜ ਕੇ ਨਹੀਂ ਰਹਿ ਗਿਆ, ਕਿਤੇ ਸਿਰਫ ਮੈਂ ਹੀ ਤੇ ਮੈਂ ਨਹੀਂ ਮੇਰੇ ਜੀਵਨ 'ਚ। ਉਹਦੇ ਅੰਦਰ ਅਗਰ ਖੁੱਲਾਪਨ ਨਹੀਂ ਆਇਆ ਤੇ ਸਮਝ ਲੈਣਾ ਅਜੇ ਤੱਕ ਉਹ ਵਿਚਾਰਾ ਟੱਕਰਾਂ ਮਾਰਦਾ ਪਿਆ, ਅਜੇ ਤੱਕ ਇੱਕ ਵੀ ਅਵਸਥਾ ਨੂੰ ਉਸਨੇ ਪ੍ਰਾਪਤ ਨਹੀਂ ਕੀਤਾ। ਗਿਆਨ ਖੰਡ ਦੀ ਦੁਬਾਰਾ ਬੇਨਤੀ ਕਰਦੇ ਹਾਂ, ਉਹਦੇ ਅੰਦਰ ਖੁੱਲਾਪਨ ਆ ਜਾਂਦਾ ਹੈ, ਉਹਦੇ ਅੰਦਰ ਵਿਸ਼ਾਲਤਾ ਆ ਜਾਂਦੀ ਹੈ, ਉਹਦੀ ਸੋਚ ਖੁੱਲੀ ਹੋ ਜਾਂਦੀ ਹੈ, ਉਹਦੇ ਅੰਦਰੋਂ ਸੰਕੀਰਨਤਾ ਖਤਮ ਹੋ ਜਾਂਦੀ ਹੈ, ਸੰਕੀਰਨਤਾ ਟਾਈਟ ਸੋਚ ਖਤਮ ਹੋ ਜਾਂਦੀ ਹੈ। ਬੜੇ ਇਹ ਗਹਿਰੇ ਨੁਕਤੇ ਨੇ ਸਮਝਣ ਵਾਲੇ ਸਾਧ ਸੰਗਤ। ਕੇਵਲ ਤਾਂ ਕੇਵਲ ਇਹ ਨਹੀਂ ਕਿ ਆਪਾਂ ਪਾਠ ਕਰਨੇ ਪਏ ਹਾਂ ਤੇ ਜੇ ਸਾਡੇ ਜੀਵਨ 'ਚ ਅਵਸਥਾ ਨਹੀਂ ਬਦਲੀ ਤਾਂ ਫਿਰ ਸੋਚਣਾ ਪਏਗਾ ਕਿ ਗੁਰੂ ਕਿਰਪਾ ਕਰੇ, ਗੁਰੂ ਅੱਗੇ ਅਰਦਾਸਾਂ ਕਰਨੀਆਂ ਪੈਣਗੀਆਂ, ਮਾਲਕਾ ਜੋ ਤੂੰ ਇਹ ਅਵਸਥਾਵਾਂ ਦੱਸੀਆਂ ਨੇ ਕਿਤੇ ਮੈਂ ਵੀ ਇਹਨਾਂ ਅਵਸਥਾਵਾਂ ਦਾ ਪਾਂਧੀ ਬਣ ਜਾਵਾਂ, ਕਿਤੇ ਮੈਂ ਵੀ ਗਿਆਨ ਖੰਡ 'ਚ ਪ੍ਰਵੇਸ਼ ਕਰਾਂ, ਮੈਨੂੰ ਵੀ ਸਮਝ ਆ ਜੇ, ਮੈਂ ਗਿਆਨ ਖੰਡ ਤੋਂ ਨਿਕਲ ਕੇ ਮੈਂ ਧਰਮ ਖੰਡ ਤੋਂ ਨਿਕਲ ਕੇ ਗਿਆਨ ਖੰਡ ਵਿੱਚ ਪ੍ਰਵੇਸ਼ ਕਰਾਂ, ਮੇਰੇ ਜੀਵਨ 'ਚ ਵੀ ਇਸ ਤਰੀਕੇ ਨਾਲ ਤਬਦੀਲੀਆਂ ਆਉਂਦੀਆਂ ਜਾਣ, ਕਿਤੇ ਜਿੰਦੇ ਜੀ ਮੈਂ ਸੱਚਖੰਡ ਦਾ ਵਾਸੀ ਬਣ ਜਾਵਾਂ। ਸੋ ਇਤਨੀਆਂ ਕੁ ਬੇਨਤੀਆਂ ਪ੍ਰਵਾਨ ਜੀ। ਅੱਜ 35 ਨੰਬਰ ਪੌੜੀ ਦੀ ਵਿਚਾਰ ਸੰਪੂਰਨ ਹੋਈ ਹੈ ਤੇ ਗਿਆਨ ਖੰਡ ਜਿਹੜੀ ਦੂਜੀ ਅਵਸਥਾ ਹੈ ਉਹਦਾ ਸੱਚਮੁੱਚ ਸੰਖੇਪ ਜਾਂ ਇਸ਼ਾਰਾ ਆਪ ਹੀ ਨਾਲ ਸਾਂਝਾ ਕੀਤਾ ਹੈ। ਬੇਅੰਤ ਭੁੱਲਾਂ ਹੋ ਜਾਂਦੀਆਂ ਨੇ, ਉਮੀਦ ਹੈ ਆਪ ਜੀ ਬਖਸ਼ ਦੇਵੋਗੇ। ਸੱਚਮੁੱਚ ਸਾਡੇ ਜੇ ਅਧੂਰੇ ਬੰਦਿਆਂ ਦੇ ਵੱਸ ਦੀ ਗੱਲ ਨਹੀਂ ਇਸ ਪਾਵਨ ਬਾਣੀ ਦੀ ਵਿਚਾਰ ਕਰਨੀ, ਬਸ ਅਰਦਾਸਾਂ ਕਰਨਾ ਪਿਆ ਰੋਜ਼ ਮਾਲਕ ਦੇ ਚਰਨਾਂ 'ਚ ਕਿ ਮਾਲਕਾ ਕਿਰਪਾ ਕਰੀ, ਸੌਖੇ ਤੋਂ ਸੌਖੇ ਤਰੀਕੇ ਨਾਲ, ਸੰਖੇਪ ਤੋਂ ਸੰਖੇਪ ਤਰੀਕੇ ਨਾਲ ਮੈਂ ਤੇਰੀ ਪਾਵਨ ਬਾਣੀ ਦੀ ਵਿਚਾਰ ਸਮਝ ਸਕਾਂ। ਇਹ ਸਾਧ ਸੰਗ ਗੌਰ ਕਰਿਓ, ਕੇਵਲ ਇਹ ਕੋਈ ਗਿਆਨ ਦਾ ਢੰਡੋਰਾ ਪਿੱਟਣ ਵਾਸਤੇ ਨਹੀਂ, ਕੋਈ ਕਿਸੇ ਨੂੰ ਗਿਆਨ ਦੇਣ ਵਾਸਤੇ ਨਹੀਂ। ਜਿਸ ਦਿਨ ਇਹ ਸਹਿਜ ਪਾਠ ਅਰਥਾਂ ਸਮੇਤ ਆਰੰਭ ਕੀਤਾ ਸੀ ਨਾ, ਉਸ ਦਿਨ ਇੱਕੋ ਭਾਵਨਾ ਲੈ ਕੇ ਤੁਰੇ ਸਾਂ ਕਿ ਆਪਾਂ ਰਲ ਮਿਲ ਕੇ ਇੱਕ ਵਾਰ ਅਰਥਾਂ ਸਮੇਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਦੇ ਦਰਸ਼ਨ ਕਰ ਲਈ। ਰੋਜ਼ ਘੁੱਟ ਕੇ ਗੁਰੂ ਦੇ ਚਰਨ ਪਕੜ ਕੇ ਅਰਦਾਸ ਕਰਨਾ ਪਿਆ। ਮਾਲਕਾ ਕਾਰਜ ਬਹੁਤ ਵੱਡਾ ਹੈ, ਇਹ ਛੋਟਾ ਕਾਰਜ ਨਹੀਂ। ਆਪ ਜੀ ਸਮੂਹ ਸੰਗਤਾਂ ਦੇ ਚਰਨਾਂ 'ਚ ਵੀ ਬੇਨਤੀ ਕਰਨਾ ਪਿਆ, ਆਪ ਜੀ ਅਸੀਸਾਂ ਦੇਣੀਆਂ, ਅਰਦਾਸ ਕਰਨਾ ਤਾਂ ਕਿ ਕਿਤੇ ਗੁਰੂ ਕਿਰਪਾ ਕਰੇ ਆਪਾਂ ਇੱਕ ਵਾਰ ਜ਼ਿੰਦਗੀ 'ਚ ਅਰਥਾਂ ਸਮੇਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਾਰੇ ਰਲ ਮਿਲ ਕੇ ਦਰਸ਼ਨ ਕਰ ਲਈ। ਨਾਲ ਹੀ ਬੇਨਤੀ ਕਰਾਂ, ਕਿਉਂਕਿ ਜਪਜੀ ਸਾਹਿਬ ਦੀ ਪਾਵਨ ਬਾਣੀ ਦੀ ਵਿਚਾਰ ਚੱਲ ਰਹੀ ਹੈ, ਜਿਸ ਦਿਨ ਇਹ ਪਹਿਲੀਆਂ ਨਿਤਨੇਮ ਦੀਆਂ ਬਾਣੀਆਂ ਦੀ ਵਿਚਾਰ ਸੰਪੂਰਨ ਹੋਏਗੀ, ਅੱਗੇ ਫਿਰ ਆਪਾਂ ਬਿਲਕੁਲ ਹੀ ਪਾਠ ਤੇ ਅੱਖਰੀ ਅਰਥੀ ਆਪਾਂ ਸਾਂਝੇ ਕਰਾਂਗੇ, ਕਿਉਂਕਿ ਇਹ ਬਾਣੀ ਰੋਜ਼ ਆਪਾਂ ਨਿਤਨੇਮ 'ਚ ਪੜ੍ਹਦੇ ਹਾਂ, ਤਾਂ ਕਰਕੇ 5-7 ਮਿੰਟ ਉੱਪਰ ਬਦੋ ਬਦੀ ਲੱਗ ਜਾਂਦੇ ਨੇ ਕਿ ਰੋਜ਼ ਜਦੋਂ ਨਿਤਨੇਮ ਕਰੀਏ ਸਾਨੂੰ ਇੱਕ ਇੱਕ ਅੱਖਰ ਦੀ ਸਮਝ ਵੀ ਹੋਵੇ, ਸੌਖੇ ਤਰੀਕੇ ਨਾਲ ਸਾਨੂੰ ਸਮਝ ਆ ਜਾਏ, ਤਾਂ ਕਿ ਪਾਠ ਕਰਨ ਦਾ ਹੋਰ ਆਨੰਦ ਜਿਹੜਾ ਵੱਧ ਜਾਏ। ਸੋ ਬੇਅੰਤ ਭੁੱਲਾਂ ਹੋ ਜਾਂਦੀਆਂ ਨੇ, ਉਮੀਦ ਹੈ ਆਪ ਜੀ ਬਖਸ਼ ਕੇ ਨਾਲ ਹੀ ਅਰਦਾਸ ਕਰੋਗੇ ਤਾਂ ਕਿ ਇਹ ਕਾਰਜ ਜਿਹੜਾ ਆਪਾਂ ਰਲ ਮਿਲ ਕੇ ਪੂਰਾ ਕਰੀਏ। ਹੋਈਆਂ ਬੇਅੰਤ ਭੁੱਲਾਂ ਬਖਸ਼ ਲੈਣੀਆਂ। ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।